ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ। ਤੁਝ ਬਿਨ ਹੋਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। 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 ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਨਿਤ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਮਨ ਮੰਦਰ ਤਨ ਵੇਸ਼ ਕਲੰਦਰ ਕਾਟਹੀ ਤੀਰਥ ਨਾਵਾ। ਏਕ ਸ਼ਬਦ ਮੇਰਾ ਪ੍ਰਾਨ ਬਖਤ ਹੈ ਮੌੜ ਜਨਮ ਨਾ ਆਵਾ। ਵਾਹਿਗੁਰੂ 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 ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ। ਮਨ ਵਿਦਿਆ ਦਇਆਲ ਸਿਤੀ ਮੇਰੀ ਮਾਈ। ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ। ਹਮ ਨਾਹੀ ਚਿੰਤ ਪਰਾਈ। ਅਗਮਯ ਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ। ਜਲ ਥਲ ਮਈਰ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ। ਸਿੱਖ ਮਤ ਸਭ ਹੁਦ ਤੁਮਾਰੀ। ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸ਼ਰਨ ਤੁਮਾਰੀ। ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ। ਸਿੱਖ ਮਤ ਸਭ ਬੁੱਧ ਤੁਮਹਾਰੀ। ਮੰਦਰ ਸ਼ਾਵਾਂ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰੂ ਗਿਆਨ ਗੁਰੂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਗੁਰਮੁਖ ਪਿਆਰੇ ਪ੍ਰਬੰਧਕ ਜਨ, ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਹਰਮਨ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਵਜੀਦਪੁਰ, ਸਮੂਹ ਪ੍ਰਬੰਧਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ 3 ਦਿਨ ਦੇ ਪ੍ਰਗਟਿਓ ਖਾਲਸਾ ਦਿਵਸ ਸਮਾਗਮ ਰੱਖੇ ਹਨ। ਅੱਜ ਆਪਾਂ ਸਾਰੇ ਤੀਸਰੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸ਼ਾਮ ਦੇ ਨਿਤਨੇਮ ਤੋਂ ਬਾਅਦ ਹੁਣ ਤੱਕ ਆਪ ਜੀਆਂ ਨੇ ਰੱਬੀ ਬਾਣੇ ਦੇ ਕਥਾ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣੇ ਅਰਦਾਸ ਤੋਂ ਪਹਿਲਾਂ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪਾਸੋਂ ਆਪ ਜੀ ਨੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਪ੍ਰਗਟਿਓ ਖਾਲਸਾ ਦਿਵਸ ਜੋ ਕਿ ਇਹ ਸਮਾਗਮ 3 ਦਿਨ ਦਾ ਰੱਖਿਆ ਗਿਆ, ਉਸ ਪਵਿੱਤਰ ਦਿਹਾੜੇ ਨੂੰ ਇਹ ਸਮਰਪਿਤ ਹੈ। ਉਸ ਸਾਹਿਬ ਦੇ ਅਸੀਂ ਗੁਣ ਗਾਉਣੇ ਨੇ, ਸਿਫਤ ਸਲਾਹ ਕਰਨੀ ਹੈ ਜਿਸ ਨੇ ਇਸ ਸੰਸਾਰ ਦੇ ਉੱਤੇ ਜਿਸ ਸਤਿਗੁਰ ਨੇ ਵੱਡੀ ਬਖਸ਼ਿਸ਼ ਕੀਤੀ ਹੈ। ਇਸ ਸੰਸਾਰ ਦੇ ਅੰਦਰ ਸਮੇਂ-ਸਮੇਂ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਮਹਾਤਮਾ ਸੰਤ ਭਗਤ ਹੋਏ ਨੇ। ਜੇ ਆਪਾਂ ਵਾਹਿਗੁਰੂ ਪਰਮੇਸ਼ਰ ਸਮੇਤ ਧਿਆਨ ਦੇਣਾ, ਸਾਰੇ ਗੁਰੂਆਂ ਪੀਰਾਂ ਪੈਗੰਬਰਾਂ ਅਵਤਾਰਾਂ ਰਿਸ਼ੀਆਂ ਮੁਨੀਆਂ ਦੇ ਇੱਕੋ ਵਾਰ ਦਰਸ਼ਨ ਕਰਨੇ ਨੇ ਤੇ ਦਸਮ ਪਾਤਸ਼ਾਹ ਦੇ ਦਰਸ਼ਨ ਕਰ ਲਓ। ਦਸਮ ਪਾਤਸ਼ਾਹ ਦੇ ਜਿੱਥੋਂ ਹਰ ਬਖਸ਼ਿਸ਼ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਦੀ ਵਡਿਆਈ ਕਰਦੇ ਇੱਕ ਜਗ੍ਹਾ ਲਿਖਿਆ ਹੈ ਕਿ ਇਸ ਸੰਸਾਰ ਦੇ ਲੋਕੋ, ਜਿਹੜੀ ਬਖਸ਼ਿਸ਼ ਸਮਰੱਥ ਗੁਰੂ ਤੋਂ ਹੁੰਦੀ ਹੈ ਹੋਰ ਕਿਤੋਂ ਨਹੀਂ ਜੀ ਹੋ ਸਕਦੀ। ਕੁਝ ਮਿਸਾਲਾਂ ਉਹਨਾਂ ਨੇ ਦਿੱਤੀਆਂ ਨੇ, ਸਮਾਂ ਨਹੀਂ ਮੈਂ ਉਹਦੀ ਪੂਰੀ ਵਿਚਾਰ ਕਰਾਂ, ਥੋੜੀ ਬੇਨਤੀ ਕਰਕੇ ਅੱਗੇ ਜਾਣਾ। ਆਮ ਕੀ ਸਦਰ ਕਤ ਮਿਟਤ ਆਮਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੇ ਪਾਈਏ। ਜਿਵੇਂ ਅੰਬ ਦਾ ਸਵਾਦ ਖੱਟੀ ਇਮਲੀ ਵਿੱਚੋਂ ਨਹੀਂ ਆ ਸਕਦਾ, ਭਾਵ ਜਿਹੜਾ ਰਸ ਇਸ ਨਾਮ ਵਿੱਚੋਂ ਬਾਣੀ ਵਿੱਚੋਂ ਆਉਣਾ ਹੋਰ ਕੱਚੀ ਬਾਣੀ ਵਿੱਚੋਂ ਨਹੀਂ ਆਉਣਾ। ਜਿਵੇਂ ਅੰਬ ਦਾ ਸਵਾਦ ਖੱਟੀ ਇਮਲੀ ਚੋਂ ਨਹੀਂ ਆ ਸਕਦਾ। ਪਿਤਾ ਕੋ ਪਿਆਰ ਨਾ ਪਰੋਸੀ ਪੇ ਪਾਈਏ, ਜਿਵੇਂ ਪਿਤਾ ਵਾਲਾ ਪਿਆਰ ਬੱਚੇ ਨੂੰ ਪੜੋਸੀਆਂ ਗੁਆਂਢੀਆਂ ਤੋਂ ਨਹੀਂ ਮਿਲ ਸਕਦਾ। ਸਾਗਰ ਕੀ ਨਿੱਧ ਕਤ ਪਾਈ ਹੈ, ਪੋਖਰ ਸਹਿ ਦਿਨ ਕਰ ਸਰਦੀਪ ਜੋਤ ਨਾ ਪੁਜਾਈ ਹੈ। ਜਿਵੇਂ ਸਾਗਰ ਦਾ ਖਜ਼ਾਨਾ ਇੱਕ ਟੋਭੇ ਤੋਂ ਪ੍ਰਾਪਤ ਨਹੀਂ ਹੋ ਸਕਦਾ। ਕਿਹੜਾ ਸਾਗਰ? ਗੁਰ ਸਾਗਰ ਰਤਨੀ ਭਰਪੂਰੇ। ਜਿਹੜੇ ਅਧੂਰੇ ਤੇ ਕੱਚੇ ਹਨ ਉਹ ਟੋਭਿਆਂ ਵਰਗੇ ਹਨ ਪਿਆਰਿਓ। ਤੇ ਟੋਭਿਆਂ ਵਿੱਚ ਡੰਡੀਆਂ ਮੱਛੀਆਂ ਹੋ ਸਕਦੀਆਂ ਨੇ, ਚਿੱਕੜ ਗਾਰਾ ਹੋ ਸਕਦਾ, ਥੋੜੀ ਧੁੱਪ ਪੈਂਦੀ ਹੈ ਤੇ ਪਾਣੀ ਸੁੱਕ ਜਾਂਦਾ ਹੈ ਤੇ ਟੋਭਿਆਂ ਦੇ ਜੀਵ ਤੜਫ ਕੇ ਮਰਦੇ ਨੇ, ਤੇ ਸਾਗਰ ਨਹੀਂ ਕਦੇ ਸੁੱਕਿਆ। ਤੇ ਜੇ ਕੋਈ ਕਹੇ ਸਾਗਰ ਦਾ ਖਜ਼ਾਨਾ ਟੋਭਿਆਂ ਚੋਂ ਪ੍ਰਾਪਤ ਹੋ ਜਾਏਗਾ, ਨਹੀਂ ਹੋ ਸਕਦਾ। ਗੁਰ ਸਾਗਰ ਰਤਨੀ ਭਰਪੂਰੇ। ਮੇਰੇ ਪੰਚਮ ਪਾਤਸ਼ਾਹ ਜੀ ਨੂੰ ਜਿਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਹੋਈਆਂ ਨੇ ਤੇ ਸਾਹਿਬ ਨੇ ਚਾਰਨ ਕੀਤਾ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਆਹ ਖਜ਼ਾਨਾ ਹੈ। ਸਾਗਰ ਕੀ ਨਿੱਧ ਕਤ ਪਾਈ ਹੈ, ਭੁੱਖ ਸਹਿ ਨਿੱਧ ਕਹਿੰਦੇ ਖਜ਼ਾਨੇ, ਟੋਭੇ ਤੋਂ ਨਹੀਂ ਪ੍ਰਾਪਤ ਹੋ ਸਕਦੇ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ, ਸੂਰਜ ਦਾ ਮੁਕਾਬਲਾ ਇੱਕ ਦੀਵਾ ਨਹੀਂ ਕਰ ਸਕਦਾ।
ਸੂਰਜ ਦਾ ਮੁਕਾਬਲਾ ਇੱਕ ਦੀਵਾ ਨਹੀਂ ਕਰ ਸਕਦਾ। ਭਾਈ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਇੱਕ ਜਗ੍ਹਾ ਲਿਖਿਆ, ਸਤਿਗੁਰੂ ਨਾਨਕ ਪ੍ਰਗਟਿਆ। ਧਿਆਨ ਦੇਣਾ, ਕਿਉਂਕਿ ਆਪਾਂ ਦਿਹਾੜਾ ਮਨਾ ਰਹੇ ਹਾਂ ਪ੍ਰਗਟਿਓ ਖਾਲਸਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਸਾਹਿਬ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਪ੍ਰਗਟ ਦਾ ਮਤਲਬ ਕੀ ਹੈ? ਗੁਪਤ ਤੋਂ ਪ੍ਰਗਟ, ਨਿਰਗੁਣ ਤੋਂ ਸਰਗੁਣ। ਜਿਹੜਾ ਪ੍ਰਗਟ ਹੈ ਉਹ ਜਨਮ ਤੇ ਮਰਨ ਤੋਂ ਰਹਿਤ ਹੈ। ਗੁਰੂ ਨਾਨਕ ਸਾਹਿਬ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਨੇ ਇਹ ਸੰਸਾਰ ਦੀ ਧਰਤੀ ਦੀ ਪੁਕਾਰ ਸੁਣ ਕੇ, ਜਿਸ ਵੇਲੇ ਧਰਮ ਦੇ ਚਾਰੇ ਪੈਰ ਕਮਜ਼ੋਰ ਹੋ ਚੁੱਕੇ ਸਨ, ਚਾਰ ਪੈਰ ਧਰਮ ਦੇ ਮੰਨੇ ਹਨ, ਰਾਜਾ ਹੈ, ਤੀਰਥ ਹੈ, ਵਿਦਵਾਨ ਹੈ, ਸਾਧੂ ਹੈ, ਚਾਰੇ ਪੈਰ ਕਮਜ਼ੋਰ ਹੋ ਚੁੱਕੇ ਸੀ। ਕਲ ਕਾਤੀ ਰਾਜੇ ਕਸਾਈ ਧਰਮ ਪੰਖਰ ਉਡਰਿਆ, ਕੂੜ ਮਾਵ ਸਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਚ ਪਤ ਲੈ ਗਏ ਅਬ ਕਿਉਂ ਵੈ ਦਾਲ। ਰਾਜਾ ਨੇ ਕਸਾਈਆਂ ਦਾ ਰੂਪ ਧਾਰਨ ਕਰ ਲਿਆ, ਧਰਮਨਾ ਦੀ ਚੀਜ਼ ਨਾ ਰਹੀ। ਤੀਰਥਾਂ ਤੇ ਪਖੰਡ ਪ੍ਰਧਾਨ ਹੋ ਗਏ, ਪਰਮ ਪ੍ਰਧਾਨ ਹੋ ਗਏ। ਤੇ ਜਿਹੜੇ ਵਿਦਵਾਨ ਸਨ ਉਹ ਮਨ ਘੜਤ ਗੱਲਾਂ ਲੋਕਾਂ ਨੂੰ ਮਾਇਆ ਪਿੱਛੇ ਸੁਣਾਉਣ ਲੱਗ ਪਏ। ਸਾਧੂਆਂ ਦੇ ਅੰਦਰ ਕਮਜ਼ੋਰੀਆਂ ਆ ਗਈਆਂ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੂ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚ ਅਟਕੇ ਉਚਿਤ। ਆਪ ਹੀ ਰੱਬ ਬਣ ਬੈਠੇ, ਰੱਬ ਨੂੰ ਮਿਲਣ ਗਏ ਸੀ, ਆਪ ਹੀ ਰੱਬ ਬਣ ਬੈਠੇ, ਰਾਹ 'ਚ ਰਹਿ ਗਏ, ਮਾਇਆ ਦਾ ਮੰਡਲ ਪਾਰ ਨਹੀਂ ਕਰ ਸਕੇ। ਮੇਰੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਪੁਕਾਰ ਸੁਣੀ, ਇਹਨਾਂ ਜੀਵਾਂ ਦੀ, ਧਰਤੀ ਦੀ, ਧਰਮ ਦਾ ਧੌਲ ਰੋਇਆ। ਤੇ ਉਸ ਵੇਲੇ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਸਰਗੁਣ ਸੂਰਜ ਪ੍ਰਗਟ ਕੀਤਾ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਕਈ ਵਾਰ ਕਈਆਂ ਦਾ ਵਿਚਾਰ ਹੈ ਕਿ ਅੱਜ ਜਿਹੜਾ ਬਚਨ ਮੈਂ ਪੜ੍ਹਿਆ ਨਾ ਬਾਣੀ, ਇਹ ਭੱਟਾਂ ਦੀ ਬਾਣੀ ਹੈ। ਧਿਆਨ ਦੇਣਾ ਜਰਾ। ਕਈ ਵਾਰ ਕਹਿਣਗੇ ਆਹ ਤੇ ਭਗਤਾਂ ਦੀ ਬਾਣੀ ਹੈ, ਆਹ ਸਿੱਖਾਂ ਦੀ ਬਾਣੀ ਹੈ, ਇਹ ਸੱਤੇ ਬਲੰਡੇ ਦੀ ਬਾਣੀ ਹੈ, ਇਹ ਸੁੰਦਰ ਜੀ ਦੀ ਬਾਣੀ ਹੈ। ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਾਰੀ ਬਾਣੀ ਸਤਿਗੁਰ ਦੀ ਹੈ। ਜਦ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਬਾਰੇ ਫਰਮਾਨ ਕਰਦੇ, ਥੋੜੀ ਬੇਨਤੀ ਕਰਾਂ, ਕਿਉਂਕਿ ਭੁਲੇਖੇ ਪਾਏ ਜਾਂਦੇ ਵੀ ਭੱਟਾਂ ਨੇ ਭਾਵਨਾ ਜਾ ਕੇ ਕਹਿ ਦਿੱਤਾ, ਇਹ ਗੱਲ ਨਹੀਂ। ਮੇਰੇ ਗੁਰੂ ਗ੍ਰੰਥ ਸਾਹਿਬ ਮਾਰ ਕਹਿੰਦੇ ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਗੁਰੂ ਤੇ ਪਰਮੇਸ਼ਰ ਨੂੰ ਦੋ ਨਾ ਸਮਝੋ। ਦਸਮ ਪਾਤਸ਼ਾਹ ਮਹਾਰਾਜ ਜਦੋਂ ਦਮਦਮਾ ਸਾਹਿਬ ਕਿਰਪਾ ਕਾਰੇ ਸਿੰਘਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਆਪ ਜੀ ਨੇ ਬਚਨ ਕੀਤਾ ਸੀ ਅਨੰਦਪੁਰ ਸਾਹਿਬ ਜਦੋਂ ਸਮਾਂ ਆਏਗਾ ਤੁਹਾਨੂੰ ਗੁਰਬਾਣੀ ਦੇ ਅਰਥ ਬੋਧ ਕਰਾਵਾਂਗੇ। ਹੁਣ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ, ਕਿਰਪਾ ਕਰੋ। ਸਾਹਿਬ ਕਹਿਣ ਲੱਗੇ ਧੀਰ ਮਲੀਆਂ ਦੇ ਪਰਿਵਾਰ ਤੋਂ ਗ੍ਰੰਥ ਸਾਹਿਬ ਦੇ ਸਰੂਪ ਲਿਆਓ। ਧੀਰ ਮਲੀਆਂ ਦੇ ਪਰਿਵਾਰ ਨੇ ਜਵਾਬ ਦੇ ਦਿੱਤਾ ਜੇ ਆਪ ਸਤਿਗੁਰ ਨੇ ਆਪ ਉਚਾਰਨ ਕਰ ਲੈਣ। ਉਸ ਵੇਲੇ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਲੀ ਬਖਸ਼ਿਸ਼ ਭਾਈ ਸਾਹਿਬ ਭਾਈ ਮਨੀ ਸਿੰਘ ਤੇ ਕੀਤੀ, ਨਾਲ ਆਏ ਬਾਬਾ ਦੀਪ ਸਿੰਘ ਜੀ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਉਚਾਰਨ ਕਰਕੇ ਲਿਖਾਈ। ਦੱਸੋ ਹੁਣ ਬਾਣੀ ਗੁਰੂ ਦੀ ਹੈ ਕਿ ਨਹੀਂ ਹੈ ਭਾਈ? ਧਿਆਨ ਦੇਣਾ ਜਰਾ। ਨੌਵੇਂ ਸਤਿਗੁਰ ਦੀ ਬਾਣੀ ਉੱਥੇ ਦਸਮ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚੜਾਈ ਹੈ। ਅੱਗੇ ਬੇਨਤੀ ਕਰਾਂ, ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਿਆਈ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੇਰੇ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸੇ ਨੂੰ ਸੀਸ ਨਹੀਂ ਝੁਕਾਇਆ ਜ਼ਿੰਦਗੀ ਵਿੱਚ। ਧਿਆਨ ਦੇਣਾ, ਕਿਸੇ ਦੀ ਈਨ ਨਹੀਂ ਮੰਨੀ। ਹਰ ਵੇਲੇ ਚੜ੍ਹਦੀ ਕਲਾ 'ਚ ਰਹੇ, ਚਾਹੇ ਅਨੰਦਪੁਰ ਸਾਹਿਬ ਦੇ ਘੇਰੇ ਪਏ, ਚਾਹੇ 14 ਜੰਗ ਕੀਤੇ, ਚਾਹੇ ਚਮਕ ਪਿਤਾ ਨੂੰ ਹੱਥੀਂ ਤੋਰਿਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਜੀ ਸ਼ਹੀਦ ਹੋਏ, ਫਿਰ ਵੀ ਚੜ੍ਹਦੀ ਕਲਾ 'ਚ ਰਹੇ ਨੇ। ਇਤਿਹਾਸ ਇੱਕ ਜਗ੍ਹਾ ਲਿਖਦਾ, ਜਦੋਂ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ ਨਾ ਮੇਰੇ ਦਸਮ ਪਾਤਸ਼ਾਹ, ਤੇ ਵੱਡੇ ਵੱਡੇ ਸਾਥ ਛੱਡ ਕੇ ਜਾ ਰਹੇ, ਭਾਈ ਰਾਮ ਸਿੰਘ ਜੀ ਵਰਗੇ, ਭਾਈ ਫਤਿਹ ਸਿੰਘ ਜੀ ਵਰਗੇ।
ਤੇ ਉਸ ਵੇਲੇ ਡੱਲਾ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਕੱਚੇ ਜਾ ਰਹੇ ਆ, ਮੈਂ ਤੇ ਪੱਕਾ ਮੈਂ ਨਹੀਂ ਗਿਆ। ਸਮਾਂ ਆਇਆ, ਡੱਲਾ ਸਿੰਘ ਵੀ ਰਾਤ ਨੂੰ ਖੰਡਾ ਰੱਖ ਕੇ ਭੱਜ ਗਿਆ। ਸਵੇਰੇ ਆਵਾਜ਼ ਮਾਰੀ ਮੇਰੇ ਦਸਵੇਂ ਪਾਤਸ਼ਾਹ ਨੇ, ਡੱਲਾ ਸਿੰਘ। ਨੇੜੇ ਇੱਕ ਮੁਸਲਮਾਨ ਫਕੀਰ ਸੀ, ਕਹਿਣ ਲੱਗਾ ਨਾ ਡੱਲਾ ਨਾ ਮੱਲਾ। ਮੱਲਾ ਸਿੰਘ ਭੱਜ ਗਿਆ ਸੀ। ਉਹ ਫਕੀਰ ਕਹਿੰਦਾ ਨਾ ਡੱਲਾ ਨਾ ਮੱਲਾ, ਗੁਰੂ ਰਹਿ ਗਿਆ ਕੱਲਾ। ਤੇ ਮੇਰੇ ਦਸਵੇਂ ਪਾਤਸ਼ਾਹ ਕਹਿੰਦੇ ਗੁਰੂ ਕਦੇ ਵੀ ਨਾ ਕੱਲਾ, ਗੁਰੂ ਨਾਲ ਸਦਾ ਅੱਲਾ। ਚੜ੍ਹਦੀ ਕਲਾ ਚ ਰਹੇ ਮੇਰੇ ਸਾਥ। ਜਿਸ ਸਤਿਗੁਰ ਨੇ ਦੁਨੀਆ ਵਿੱਚ ਕਿਸੇ ਅੱਗੇ ਸੀਸ ਨਹੀਂ ਝੁਕਾਇਆ, ਜੇ ਸੀਸ ਝੁਕਾਇਆ ਤੇ ਗੁਰੂ ਗ੍ਰੰਥ ਸਾਹਿਬ ਮਾਰੂ ਝੁਕਾਇਆ। ਧਿਆਨ ਦੇਣਾ, ਸਾਰੀ ਬਾਣੀ ਨੂੰ ਸੀਸ ਨਹੀਂ ਝੁਕਾਇਆ, ਗੁਰਿਆਈ ਸਾਰੀ ਬਾਣੀ ਨੂੰ ਨਹੀਂ ਦਿੱਤੀ। ਇਸ ਕਰਕੇ ਮਨ ਚੋਂ ਇਹ ਖਿਆਲ ਕੱਢ ਦੋ, ਇਹ ਬਾਣੀ ਦਰਗਾਹੀ ਹੈ, ਇਹ ਬਾਣੀ ਸਤਿਗੁਰ ਦੀ ਹੈ। ਕਿਤੇ ਐਸਾ ਨਹੀਂ ਕਿ ਆਹ ਭੱਟਾਂ ਦੀ ਹੈ, ਆਹ ਭਗਤ ਕਬੀਰ ਜੀ ਦੀ ਹੈ, ਕਹਿਣ ਨੂੰ ਅਸੀਂ ਕਹਾਂਗੇ। ਪਰ ਪਿਆਰਿਓ, ਬਾਣੀ ਸਾਰੀ ਪਰਮੇਸ਼ਰ ਵਾਹਿਗੁਰੂ ਦੀ ਸਤਿਗੁਰ ਦੀ ਬਾਣੀ ਹੈ, ਅਟਲ ਬਚਨ ਹੈ। ਗੁਰੂ ਗ੍ਰੰਥ ਸਾਹਿਬ ਦਾ ਬਚਨ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਆਏ ਨੇ, ਗਏ ਨਹੀਂ। ਧਿਆਨ ਦੇਣਾ ਜਰਾ, ਗੁਰੂ ਨਾਨਕ ਸਾਹਿਬ ਆਏ ਨੇ, ਬਾਕੀ ਦੁਨੀਆ ਤੇ ਆਏ ਤੇ ਚਲੇ ਗਏ। ਗੁਰੂ ਨਾਨਕ ਸਾਹਿਬ ਆਏ ਨੇ। ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਤ ਪੰਗਤ ਚਲਾਈ ਸੀ ਨਹੀਂ, ਚਲਾਈ ਹੈ, ਚੱਲ ਰਹੀ ਤੇ ਸਦਾ ਚੱਲਦੀ ਰਹੇਗੀ। ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਪੰਜਾ ਲਾਇਆ ਸੀ ਨਹੀਂ, ਲਾਇਆ ਲੱਗਿਆ ਤੇ ਲੱਗਾ ਰਹੇਗਾ। ਅਸੀਂ ਕਹਿੰਦੇ ਰੀਠੇ ਮਿੱਠੇ ਕੀਤੇ ਸਨ ਨਹੀਂ, ਕੀਤੇ ਨੇ ਤੇ ਸਦਾ ਹੀ ਮਿੱਠੇ ਰਹਿਣਗੇ। ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਪਾਪੀ ਤਾਰੇ ਸਨ ਨਹੀਂ, ਤਾਰੇ ਨੇ ਤਰ ਰਹੇ ਨੇ ਤੇ ਸਦਾ ਹੀ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਤਾਰਦੇ ਰਹਿਣਗੇ। ਪਿਆਰੇ, ਗੁਰੂ ਨਾਨਕ ਸਾਹਿਬ ਆਏ ਨੇ, ਗਏ ਨਹੀਂ। ਤੇ ਭਾਈ ਸਾਹਿਬ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਉਹ ਨਿਰਗੁਣ ਤੋਂ ਸਰਗ ਸਰੂਪ ਵਿੱਚ ਪ੍ਰਗਟ ਹੋਏ ਨੇ, ਗੁਪਤ ਤੋਂ ਪ੍ਰਗਟ। ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਾ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ। ਮੈਂ ਬੇਨਤੀ ਕਰ ਰਿਹਾ ਸੀ, ਸਾਗਰ ਕੀ ਨਿਤ ਕਦ ਪਾਈ ਹੈ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ। ਜਿਉਂ ਕਾ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ। ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਗੁਰੂਆਂ ਦੀ ਕੋਈ ਘਾਟ ਨਹੀਂ ਸੀ, ਪਰ ਉਹ ਤਾਰਿਆਂ ਵਰਗੇ ਸਨ। ਗਿਣਤੀ ਬਹੁਤ ਸੀ, ਜਿਵੇਂ ਤਾਰੇ ਆਕਾਸ਼ ਵਿੱਚ ਗਿਣਤੀ ਵਿੱਚ ਬੜੇ ਹੁੰਦੇ ਨੇ, ਪਰ ਉਹ ਧਰਤੀ ਦਾ ਅੰਧੇਰਾ ਦੂਰ ਨਹੀਂ ਕਰ ਸਕਦੇ। ਗਿਣਤੀ ਬੜੀ ਹੈ। ਇੱਕ ਸੂਰਜ ਚੜ੍ਹਦਾ, ਤਾਰੇ ਛਿਪੇ। ਸੂਰਜ ਨੇ ਕਿਸੇ ਨੂੰ ਕੁਝ ਨਹੀਂ ਆਖਿਆ। ਆ ਦਿਨ ਵਿੱਚ ਵੀ ਤਾਰੇ ਹੁੰਦੇ ਨੇ, ਕਿਉਂ ਨਹੀਂ ਦਿਸਦੇ? ਸੂਰਜ ਦਾ ਤੇਜ ਪ੍ਰਕਾਸ਼ ਇੰਨਾ ਹੁੰਦਾ ਹੈ, ਤਾਰੇ ਨਹੀਂ ਨਜ਼ਰ ਆਉਂਦੇ। ਮੇਰੇ ਗੁਰੂ ਨਾਨਕ ਸਾਹਿਬ ਦਾ ਏਡਾ ਤੇਜ ਸੀ ਕਿ ਪਿਆਰਿਓ, ਉਸ ਤੇਜ ਪ੍ਰਤਾਪ ਦੇ ਅੱਗੇ ਕੋਈ ਠਹਿਰ ਨਹੀਂ ਸੀ ਸਕਦਾ। ਤਾਰੇ ਛਿਪੇ, ਅੰਧੇਰ ਪਲੋਆ, ਹਨੇਰਾ ਆਪਣੇ ਆਪ ਦੂਰ ਹੋ ਗਿਆ। ਦੋ ਚੀਜ਼ਾਂ ਦਾ ਜ਼ਿਕਰ ਭਾਈ ਸਾਹਿਬ ਨੇ ਇੱਥੇ ਕੀਤਾ। ਇੱਕ ਹੈ ਮਿੱਟੀ ਧੁੰਦ ਜਗ ਚਾਨਣ, ਦੂਸਰਾ ਅੰਧੇਰ ਪਲੋਆ। ਇੱਕ ਤੀਸਰਾ ਤਾਰੇ ਛਿਪ ਗਏ। ਤਾਰੇ ਅਧੂਰੇ ਟਿਕ ਨਹੀਂ ਸਕੇ, ਕੱਚੇ ਟਿਕ ਨਹੀਂ ਸਕੇ, ਗਿਆਨ ਤੋਂ ਹੀਣੇ ਟਿਕ ਨਹੀਂ ਸਕੇ। ਗਿਣਤੀ ਬਹੁਤ ਸੀ ਉਹਨਾਂ ਦੀ। ਇੱਕ ਤਾਂ ਅੰਧੇਰਾ ਦੂਰ ਹੋ ਗਿਆ, ਕਿਹੜਾ? ਅਗਿਆਨ ਦਾ ਅੰਧੇਰਾ, ਗਿਆਨ ਦੇ ਪ੍ਰਕਾਸ਼ ਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰ ਦੇ ਵੇਦ ਵਿਆਸਾ ਕੋਈ। ਕੁੰਭੇ ਬਦਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਦਾ ਮੰਦ ਰਿਹਾ, ਗੁਰ ਬਿਨ ਗਿਆਨ ਨਾ ਹੋਏ। ਇੱਕ ਭਾਈ ਸਾਹਿਬ ਕਹਿੰਦੇ ਕਿ ਧੁੰਦ ਮਿਟ ਗਈ। ਧਿਆਨ ਦਿਓ, ਹਨੇਰੇ ਵਿੱਚ ਉਹਨੇ ਐਕਸੀਡੈਂਟ ਨਹੀਂ ਹੁੰਦੇ ਜਿੰਨੇ ਧੁੰਦ ਵਿੱਚ ਹੁੰਦੇ ਆ। ਹਨੇਰਾ ਕਾਲਾ, ਇੱਕ ਤਾਂ ਕਾਲਾ ਹਨੇਰਾ ਤੇ ਇੱਕ ਚਿੱਟਾ ਹਨੇਰਾ ਧੁੰਦ। ਇਹ ਜਿਹੜਾ ਚਿੱਟਾ ਹਨੇਰਾ ਧੁੰਦ ਹੈ, ਕਾਲੇ ਹਨੇਰੇ ਨਾਲੋਂ ਜ਼ਿਆਦਾ ਖਤਰਨਾਕ ਜੇ। ਇਹ ਬਹੁਤਾ ਖਤਰਨਾਕ ਹੈ। ਰੰਗ ਦਾ ਚਿੱਟਾ, ਧੁੰਦ ਚਿੱਟੀ ਹੁੰਦੀ ਹੈ, ਉੱਥੇ ਲਾਈਟਾਂ ਵੀ ਕੰਮ ਨਹੀਂ ਕਰਦੀਆਂ। ਇਹ ਭਾਈ ਸਾਹਿਬ ਦਾ ਇਸ਼ਾਰਾ ਕਿੰਨਾ ਵੱਲ ਹੈ? ਜਿਨ੍ਹਾਂ ਨੇ ਬਾਹਰੋਂ ਭੇਖ ਧਰਮ ਦਾ ਧਾਰਨ ਕਰ ਲਿਆ, ਪਿਆਰਿਓ, ਬਾਹਰੋਂ ਚਿੱਟੇ ਦਿਖਦੇ ਪਰ ਅੰਦਰੋਂ ਕਾਲੇ ਨੇ। ਅਸੀਂ ਸੱਜਣ ਠੱਗ ਦਾ ਕਿਤੇ ਜੀਵਨ ਪੜ੍ਹ ਕੇ ਦੇਖੀਏ। ਸੱਜਣ ਠੱਗ ਨਹੀਂ ਸੀ, ਸੱਜਣ ਰੱਬ ਨੂੰ ਮੰਨਣ ਵਾਲਾ ਸੀ, ਜਿਗਿਆਸੂ ਸੀ। ਰੱਬ ਨੂੰ ਮਿਲਣ ਵਾਸਤੇ ਘਰ ਛੱਡਿਆ,
जिथे गया बाहरों भेख धर्म दा, अंदर ठगी है। मन उदास हो गया, दूजे थां गया, तीजे थां गया, चौथे थां गया, पूरा मिल नहीं रहा। बाहरों कुछ अंदरों कुछ। होया कि ये सज्जन ना रहा, ये ठग बन गया। धार्मिक स्थान बनाए, धर्म दे धारनी हन, भेखी हन, पर रब दी गल नहीं उत्थे। मेरे गुरु ग्रंथ साहिब महाराज एक जगह कहते, तत्ती तोए ना पलवै जे जल टुब्बी दे। ध्यान देना जरा, ਇਹਦਾ मतलब की है? जेकर औड़ लगी होवे, खेती नूं पानी दे दो, बरसात पै जाए, सुक्की फसल हरी हो जाएगी। पर जे हड़ नाल पानी नाल खेती मारी हुई होवे ते वो पानी नाल कदी हरी नहीं हुंदी। जेड़े बाहर हन महापापी भी तर जाणगे, पर जेड़े धार्म स्थानां ते रह के विगड़ जाण, उन्हां दा राखा रब हो जाए। रब भावें उहनूं किरपा कर देण ते ओह नहीं जे सुधरदे। देख लो तुसीं, सज्जन जीवनी उल्टा हो गया। एक मेरे गुरु नानक साहब समर्थ सतगुरु मिले, जिन्हां ने यह कहा, वो सज्जना बाहरों ना सज्जन खाया, कम ठगां वाले, उजल कहा चिलकना घोट मकाली मस, ये शब्द चारण किया सी। वो ठग ना रहा, भाई सज्जन बन गया। वो सी धुंध। वो धुंध खतरनाक है प्यारिओ। बाज नूं कोई माड़ा नहीं कहता, ध्यान देना, ते बगले नूं कोई चंगा नहीं कहता। शिकार बगला भी करता, शिकार बाज भी करता। बाज नूं कोई माड़ा नहीं कहता, बगले नूं चंगा नहीं कहता। क्यों? बगला जो करदा धोखा करदा, ते बाज जो करदा सामने करदा। बस यही गल है, सामने करदा। चोर ने अपना ना चोर रखाया, तुसी बच जाओगे, उन्हें अपना ना चोर रखाया। ठग ने अपना ना ठग रखाया, तुसी बच जाओगे। अमली ने अपना ना अमली रखाया, तुसी उस तो बच जाओगे। जुएबाज ने अपना ना जुएबाज रखाया, उहदे तो तुसी बच सकते हो। डाकू डाके मारदा, उन्हें अपना ना डाकू रखाया, तुसी बच सकते हो। पर ना साध रखाया होवे ते कम माड़े करे, उथों बचना बड़ा औखा है प्यारे। वो है धुंध, वो है बगल समाधि। मेरे गुरु नानक साहब जदों संसार ते आए ने, जिथे बड़े बड़े महापापी तारे आपदियां ने, उत्थे जेड़े पेखी सन, पखंडी सन, जेड़े धर्म दे धारनी मन के संसार दे उत्ते प्यारे बड़ा जुल्म कर रहे सन और संसार नूं कराए पा रहे सन। मेरे सतगुर सच्चे पातशाह जी ने उन्हां ते भी किरपा कीती है। मिट्टी धुंध जग चानण हुआ, गुरु नानक साहब प्रगट होए। गुरु नानक साहब ने 10 जामे धारण कीते। गुरु इक्को ही है, इक्का बाणी, एक गुर इक्को शब्द विचार। वैसे असीं कहांगे साढ़े 10 गुरु साहिबान। गुरु एक है, गुरु दे 10 स्वरूप हैं, ते 11वें स्वरूप गुरु ग्रंथ साहिब महाराज। गुरु ग्रंथ साहिब महाराज जी दे अंदर जो सतगुर दी बाणी आउंदी है ना, महला पहला आउंदा है, चाहे वह सोठ है, धनासरी है, होर कोई राग कोई भी है। दूसरा आउंदा है, तीसरा आउंदा है, चौथा आउंदा है, पंजवां आउंदा है। महला ਇਹਦਾ अर्थ है स्वरूप। भाव गुरु का स्वरूप पहला, गुरु का स्वरूप दूसरा, गुरु का स्वरूप तीसरा, गुरु का स्वरूप चौथा, गुरु का स्वरूप पंजवां, गुरु का स्वरूप नौवां। जब शब्द संपूर्ण होंदा है तो ना आउंदा नानक खीर ते। ध्यान देना, ये नहीं कि जे गुरु अंगद साहिब की बाणी ते खीर ते गुरु अंगद साहिब का नाम आ रहा है। गुरु अमरदास साहब महाराज की बाणी ते गुरु अमरदास जी का नाम आ रहा है। गुरु रामदास जी की बाणी है तो गुरु रामदास जी का नाम आ रहा है। पंचम पातशाह की बाणी है तो गुरु अर्जन देव महाराज का नाम आ रहा है। 9वें सतगुरु की बाणी है तो गुरु तेग बहादुर साहब महाराज का नाम आ रहा। नहीं, उत्ते महला आ रहा है। गुरु का स्वरूप किनवें? गुरु इक्को ही है। गुरु उही गुरु नानक साहब है। उही गुरु नानक साहब 10वें स्वरूप प्रगट होए। धन गुरु गोबिंद सिंह महाराज। एक बिंदी बंस हुंदी है, एक नादी बंस हुंदी है। बिंदी बंस की है? बिंदी बंस है जिवें गुरु नानक साहब जी दे साहिबजादे बाबा श्री चंद ते बाबा लक्ष्मी दास, ये बिंदी बंस होगी। नादी बंस है बाबा लैणा जी। ध्यान देना, इस तरह जिहड़ा खालसा है ये प्रगट होया ते प्यारे खालसा नादी बंस है। ध्यान देना, ये प्रगट होया।
ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਧਿਆਨ ਦੇਣਾ, ਜਬ ਲਾ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਇਹ ਜਿਹੜਾ ਖਾਲਸਾ ਪ੍ਰਗਟ ਹੋਇਆ, ਜਿੰਨਾ ਚਿਰ ਇਹ ਨਿਆਰਾਪਨ ਇਹਦੇ ਅੰਦਰ ਗੁਰੂ ਬਚਨ ਇਹਦੇ ਅੰਦਰ ਵਸੇ ਹੋਣਗੇ, ਸਤਿਗੁਰ ਦੀ ਰਹਿਤ ਮਰਜ਼ਾਦਾ ਤੇ ਚੱਲੇਗਾ, ਸਤਿਗੁਰ ਦੇ ਉਪਦੇਸ਼ ਨੂੰ ਕਮਾਏਗਾ। ਮੇਰੇ ਸਤਿਗੁਰ ਕਹਿੰਦੇ, ਐ ਖਾਲਸਾ ਸਾਰਾ ਤੇਜ ਮੈਂ ਤੈਨੂੰ ਆਪਣਾ ਦਿਆਂਗਾ। ਆ ਬਚਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਅੱਜ ਸਾਡੀ ਸ਼ਰਧਾ ਅਲੱਗ-ਅਲੱਗ ਹੈ, ਧਿਆਨ ਦੇਣਾ ਜਰਾ। ਕਈਆਂ ਦਾ ਇਹ ਵਿਸ਼ਵਾਸ ਹੈ ਕਿ ਦਸਵੇਂ ਪਾਤਸ਼ਾਹ ਮਹਾਰਾਜ ਹੇਮਕੁੰਟ ਸਾਹਿਬ ਰਹਿੰਦੇ ਹੈ। ਕਈਆਂ ਦਾ ਇਹ ਵਿਸ਼ਵਾਸ ਹੈ ਕਿ ਦਸਵੇਂ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਰਹਿੰਦੇ ਹੈ। ਦਸਵੇਂ ਪਾਤਸ਼ਾਹ ਕਿੱਥੇ ਨਹੀਂ ਰਹਿੰਦੇ? ਕਿਹੜੀ ਜਗ੍ਹਾ ਜਿੱਥੇ ਨਹੀਂ? ਉਹ ਤੇ ਹਰ ਥਾਂ ਹਨ, ਜਰਰੇ ਜਰਰੇ ਵਿੱਚ ਹਨ। ਅਸੀਂ ਹਜ਼ੂਰ ਸਾਹਿਬ ਜਾਣਾ, ਉੱਥੇ ਨਤਮਸਤਕ ਹੋਣਾ, ਪਰ ਉੱਥੋਂ ਕੀ ਲਿਆਉਣਾ ਕਿ ਸਾਨੂੰ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਆਗਿਆ ਭਈਏ ਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਗੁਰੂ ਦੇ ਬਚਨ ਲਿਆਉਣੇ ਉੱਥੋਂ। ਸਾਨੂੰ ਕੀ ਉਪਦੇਸ਼ ਦਿੱਤਾ ਮੇਰੇ ਸਤਿਗੁਰੂ ਨੇ? ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੀਏ ਤੇ ਸਾਹਿਬ ਕਹਿੰਦੇ, ਸਿੱਖਾ ਆਪ ਪੜ੍ਹ ਲਿਆ ਕਰ, ਗੁਰ ਮੇਰੇ ਸੰਗ ਸਦਾ ਹੈ ਨਾਲ। ਅੰਗ ਸੰਗ ਤੇ ਮੇਰੇ ਦਸਵੇਂ ਪਾਤਸ਼ਾਹ ਕਹਿੰਦੇ ਨੇ, ਆਤਮ ਰਸ ਜੇ ਜਾਣਹਿ ਸੋ ਹੈ ਖਾਲਸ ਦੇਵ। ਦੇਖੋ, ਇੱਕ ਜਗ੍ਹਾ ਬਚਨ ਆਇਆ ਖਾਲਸਾ ਮੇਰਾ ਰੂਪ ਹੈ ਖਾਸ, ਦੂਸਰੀ ਜਗ੍ਹਾ ਬਚਨ ਹੁੰਦਾ ਆਤਮ ਰਸ ਜੇ ਜਾਣਹਿ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਉਹ ਜਿਹੜਾ ਖਾਲਸਾ ਹੈ ਨਾ, ਜਿਹਨੂੰ ਆਤਮ ਰਸ ਪ੍ਰਾਪਤ ਹੋ ਗਿਆ, ਜਿਹਨੇ ਆਤਮਾ ਨੂੰ ਸਾਖਸ਼ਾਤ ਕਰ ਲਿਆ, ਜਿਹੜਾ ਗੁਰੂ ਵਿੱਚ ਅਭੇਦ ਹੋ ਗਿਆ। ਭਗਤੀ ਦੋ ਤੋਂ ਸ਼ੁਰੂ ਹੁੰਦੀ, ਇੱਕ ਤੇ ਖਤਮ ਹੋ ਜਾਂਦੀ ਹੈ। ਭਗਤ ਭਗਵਾਨ ਵਿੱਚ, ਗੁਰੂ ਤੇ ਸਿੱਖ ਗੁਰੂ ਵਿੱਚ ਭੇਦ ਹੋ ਜਾਂਦਾ ਹੈ। ਉਹ ਕਿਹੜੀ ਅਵਸਥਾ ਹੈ? ਉਹ ਅਵਸਥਾ ਹੈ, ਅਬ ਤੋ ਜਾਇ ਨ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੈ ਪਛਾਣੀ। ਉੱਥੇ ਇੱਕ ਹੋ ਜਾਂਦੇ ਆ। ਆ ਦਰਿਆ ਚੱਲਦੇ ਨੇ ਨਾ, ਆਪਾਂ ਕਹਿੰਦੇ ਆ ਸਤਲੁਜ ਹੈ, ਆ ਬਿਆਸਾ ਹੈ, ਰਾਵੀ। ਤੇ ਜਦੋਂ ਇਹ ਸਮੁੰਦਰ ਵਿੱਚ ਮਿਲ ਜਾਂਦੇ ਨੇ, ਕਿ ਉੱਥੇ ਕੋਈ ਕਹਿੰਦਾ ਕਿ ਆ ਸਤਲੁਜ ਦਾ ਪਾਣੀ ਹੈ, ਆ ਬਿਆਸਾ ਹੈ, ਆ ਰਾਵੀ ਹੈ, ਉੱਥੇ ਇੱਕ ਹੈ। ਇਸੇ ਤਰ੍ਹਾਂ ਜਿਹੜੇ ਅਭੇਦ ਹੋ ਗਏ, ਉਹ ਇੱਕ ਰੂਪ ਹੋ ਗਏ। ਜਿਨ੍ਹਾਂ ਨੇ ਆਤਮਾ ਨੂੰ ਸਾਖਸ਼ਾਤ ਕਰ ਲਿਆ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੈ ਊਂਘ ਨਾ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਉਸ ਅਵਸਥਾ ਦਾ ਮਾਲਕ ਹੈ ਖਾਲਸਾ। ਆਤਮ ਰਸ ਜੇ ਜਾਣਹਿ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਫਰਕ ਨਾ, ਇੱਕ ਰੂਪ। ਦਸਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਵਾਹਿਗੁਰੂ ਵਿੱਚ, ਦਸਵੇਂ ਪਾਤਸ਼ਾਹ ਵਿੱਚ, ਉਸ ਖਾਸ ਵਿੱਚ ਭੇਦ ਨਾ ਜਾਣੋ, ਤਿੰਨੇ ਇੱਕ ਰੂਪ ਹਨ। ਇਹ ਬਖਸ਼ ਮੇਰੇ ਦਸਵੇਂ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕੀਤੀ ਹੈ ਸਾਧ ਸੰਗਤ। ਹੁਣ ਇਤਿਹਾਸ ਦੱਸਦਾ ਕਿ ਆਪ ਜੀ ਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਵੀ ਹੁਣ ਮੈਨੂੰ ਵੀ ਅੰਮ੍ਰਿਤ ਛਕਾਓ। ਸਮਰੱਥ ਗੁਰੂ ਦੀ ਲੀਲਾ ਦੇਖੋ। ਤੇ ਭਾਈ ਦਇਆ ਸਿੰਘ ਸੱਚੇ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦੀ ਦਾਤ ਬਖਸ਼ੀ, ਸੀਸ ਲੈ। ਆਪ ਜੀ ਇਸ ਅੰਮ੍ਰਿਤ ਦੀ ਭੇਟਾ ਕੀ ਕਰ ਰਹੇ ਹੋ? ਤੇ ਇਤਿਹਾਸਕਾਰ ਲਿਖਦੇ, ਦਸਵੇਂ ਪਾਤਸ਼ਾਹ ਕਹਿੰਦੇ, ਭਾਈ ਦਇਆ ਸਿੰਘ ਤੁਸੀਂ ਇੱਕ ਇੱਕ ਸੀਸ ਭੇਟਾ ਕੀਤਾ, ਮੈਂ ਸਾਰਾ ਪਰਿਵਾਰ ਕੁਰਬਾਨ ਕਰ ਦਿਆਂਗਾ, ਸਾਰਾ ਸਰਵਸ ਕੁਰਬਾਨ ਕਰ ਦਿਆਂਗਾ। ਪਹਿਲਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਤੇ ਹੁਣ ਪੰਜਾਂ ਤੋਂ ਅੰਮ੍ਰਿਤ ਛਕਿਆ ਆਪ। ਜੇ ਕੋਈ ਕਹੇ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਦਸਵੇਂ ਪਾਤਸ਼ਾਹ ਤੋਂ ਕੋਈ ਵੱਡਾ ਨਹੀਂ ਹੋ ਸਕਦਾ। ਸਮਰੱਥ ਗੁਰੂ ਆਪ। ਜੇ ਸਾਨੂੰ ਕੋਈ ਪੁੱਛਦਾ ਪੰਜਾਂ ਤੋਂ ਸਭ ਤੋਂ ਪਹਿਲਾਂ ਕਿੰਨੇ ਅੰਮ੍ਰਿਤ ਛਕਿਆ, ਤਾਂ ਦਸਵੇਂ ਪਾਤਸ਼ਾਹ ਆਪ ਨੇ। ਧਿਆਨ ਦੇਣਾ,
ਪੰਜਾਂ ਤੋਂ ਅੰਮ੍ਰਿਤ ਛਕਣ ਵਾਲੇ ਸਭ ਤੋਂ ਪਹਿਲੇ ਦਸਮ ਪਾਤਸ਼ਾਹ ਆਪ ਨੇ। ਇਹਦਾ ਕੁਝ ਭਾਵ ਸਮਝੀਏ, ਬੇਨਤੀ ਕਰ ਲੱਗਾ। ਅਸੀਂ ਇਤਿਹਾਸ ਪੜ੍ਹਨੇ ਆ, ਸੁਣਨੇ ਆ। ਆਨੰਦਪੁਰ ਸਾਹਿਬ ਮੇਰੇ ਸਾਹਿਬ ਨੇ ਛੱਡਿਆ, ਸਰਸਾ ਤੇ ਵਿਛੋੜਾ ਪਿਆ। ਮੇਰੇ ਸਾਹਿਬ ਚਾਹੁੰਦੇ ਇੱਕ ਫੁਰਨਾ ਕਰਕੇ ਸਮੁੰਦਰ ਸਕਾ ਸਕਦੇ ਸੀ, ਪਰ ਉਸ ਦੀ ਰਿਜਾਵ 'ਚ ਰਾਜੀ ਰਹੇ ਨੇ। ਗੁਰੂ ਕਿਹਾ ਸਿੱਖਾ ਤੇਰੇ ਉੱਤੇ ਬੜੀਆਂ ਬੜੀਆਂ ਮੁਸੀਬਤਾਂ ਪੈਣੀਆਂ ਨੇ, ਆਹ ਦੇਖ ਤੂੰ ਇਸ ਤਰ੍ਹਾਂ ਭਾਣਾ ਮੰਨਣਾ ਹੈ। ਮੇਰੇ ਦਸਮ ਪਾਤਸ਼ਾਹ ਨੇ ਚਮਕੌਰ ਸਾਹਿਬ ਦੇ ਜੰਗ ਅੰਦਰ, ਜਦੋਂ ਇਸ ਦਿਨ ਦੇ ਜੰਗ ਵਿੱਚ ਪੰਜਾਂ ਪਿਆਰੇ ਤੋਂ 3 ਪਿਆਰੇ ਸ਼ਹੀਦ ਹੋ ਗਏ ਨੇ, ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਬਾਕੀ ਸਿੰਘ ਸ਼ਹੀਦ ਹੋਏ। ਤੇ ਸ਼ਾਮ ਨੂੰ ਕਿਹਾ ਭਾਈ ਦਇਆ ਸਿੰਘ ਤੁਸੀਂ ਹਰ ਜੰਗ ਵਿੱਚ ਪਾਸ ਹੋਏ, ਫਤਿਹ ਹੋਈ ਹੈ ਤੁਹਾਡੀ, ਕੱਲ ਨੂੰ ਅਸੀਂ ਆਪ ਇਸ ਰਣ ਭੂਮੀ ਵਿੱਚ ਜੂਝਾਂਗੇ। ਸਿੰਘਾਂ ਨੇ ਕਿਹਾ ਮਹਾਰਾਜ ਤੁਹਾਡੀ ਸੰਸਾਰ ਨੂੰ ਲੋੜ ਹੈ। ਭਾਈ ਦਇਆ ਸਿੰਘ ਨੇ ਸਾਡਾ ਜੰਗ ਦੇਖਿਓ। ਅਸੀਂ ਇਤਿਹਾਸ ਪੜ੍ਹਨੇ ਆ, ਸੁਣਨੇ ਆ ਕਿ ਉਸ ਵੇਲੇ ਪੰਜਾਂ ਸਿੰਘਾਂ ਨੇ ਪੰਥ ਖਾਲਸੇ ਨੇ ਹੁਕਮ ਕੀਤਾ ਤੇ ਮੇਰੇ ਸਤਿਗੁਰ ਨੇ ਖਾਲਸੇ ਦਾ ਹੁਕਮ ਮੰਨਿਆ, ਤਾੜੀ ਮਾਰ ਕੇ ਗਏ ਨੇ। ਵਿਚਾਰ ਦੀ ਲੋੜ ਹੈ ਕਿ ਪੰਥ ਖਾਲਸੇ ਨੇ ਸਮੇਂ ਸਮੇਂ ਆਪਣੇ ਮੁਖੀ ਨੂੰ, ਜੇ ਮੁਖੀ, ਕਿਉਂਕਿ ਸਮੇਂ ਦੀ ਲੋੜ ਹੈ, ਧਿਆਨ ਦੇਣਾ। ਕਿਤੇ ਸਮਾਂ ਸੀ ਕਿ 9ਵੇਂ ਸਤਿਗੁਰੂ ਦੇ ਸੀਸ ਦੇਣ ਤੋਂ ਬਗੈਰ ਤਿਲਕ ਜੰਜੂ ਦੀ ਰਾਖੀ ਨਹੀਂ ਸੀ ਹੋ ਸਕਦੀ, ਧਰਮ ਨਹੀਂ ਸੀ ਬਚ ਸਕਦਾ। ਤੇ ਮਹਾਰਾਜ ਨੇ ਜਾ ਕੇ ਪਿਆਰਿਓ ਸ਼ਹਾਦਤ ਦਿੱਤੀ ਹੈ। ਸਮਾਂ ਸੀ ਪੰਚਮ ਸਰੂਪ ਵਿੱਚ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਲੋਹ ਤੇ ਬੈਠੇ, ਗਰਮਰੇਤ ਦੇ ਸੀਸ ਤੇ ਕੜਛੇ ਪਵਾਏ ਗਰਮਰੇਤ ਦੇ। ਪਰ ਅੱਗੇ ਕੀ ਹੋਇਆ? ਮੀਰੀ ਪੀਰੀ ਦੇ ਮਾਲਕ ਬਣੇ। ਪਿਆਰਿਓ ਤੱਤੀ ਲੋਹ ਤੇ ਬਹਿਣ ਦਾ ਸਮਾਂ ਸੀ। ਸੰਸਾਰ ਨੂੰ ਦੱਸ ਦਿੱਤਾ ਕਿ ਇਹਦੋਂ ਵੱਧ ਸ਼ਾਂਤੀ ਹੋਰ ਨਹੀਂ ਹੋ ਸਕਦੀ। ਜਿੱਥੇ ਸ਼ਾਂਤੀ ਦਾ ਅਖੀਰ ਹੋ ਜਾਂਦਾ ਉੱਥੇ ਵੀਰ ਰਸ ਪੈਦਾ ਹੁੰਦਾ। ਪਿਆਰਿਓ ਤੇ ਮੇਰੇ ਸਾਹਿਬ ਨੇ ਫਿਰ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਤੇ ਫਿਰ ਜੰਗ ਕੀਤੇ। ਜੇ ਐਸਾ ਸਮਾਂ ਬਣਦਾ ਹੈ ਤੇ ਮੇਰੇ ਸਤਿਗੁਰ ਨੇ ਪੰਥ ਖਾਲਸੇ ਨੂੰ ਵਡਿਆਈ ਦਿੱਤੀ ਹੈ। ਪਿਆਰਿਓ ਜੇ ਪੰਥ ਖਾਲਸਾ ਦਾ ਹੁਕਮ ਦਸਮ ਪਾਤਸ਼ਾਹ ਮੰਨ ਸਕਦੇ ਤੇ ਹੋਰ ਕਿਉਂ ਨਹੀਂ ਕੋਈ ਮੰਨ ਸਕਦਾ। ਥੋੜੀ ਅੱਗੇ ਜਾ ਕੇ ਬੇਨਤੀ ਕਰਾਂ। ਅਸੀਂ ਇਹ ਵੀ ਸੁਣਨੇ ਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਉੱਚ ਦੇ ਪੀਰ ਬਣੇ। ਇਹ ਵੀ ਅਸੀਂ ਇਤਿਹਾਸ ਪੜ੍ਹਨੇ ਅੱਗੇ ਜਾ ਕੇ। ਸੱਚੇ ਪਾਤਸ਼ਾਹ ਪਿਆਰਿਓ ਜਦੋਂ ਨੂਰੇ ਮਾਹੀ ਨੂੰ ਭੇਜਦੇ ਆ, ਸਰਹੰਦ ਜਾ ਨੂਰੇ ਮਾਹੀ, ਤੈਨੂੰ ਸਾਰੇ ਦਿਸਣਗੇ, ਤੂੰ ਨਹੀਂ ਕਿਸੇ ਨੂੰ ਦਿਸੇਗਾ। ਧਿਆਨ ਦੇਣਾ ਜਰਾ, ਤੈਨੂੰ ਸਾਰੇ ਦਿਸਣਗੇ, ਤੂੰ ਨਹੀਂ ਕਿਸੇ ਨੂੰ ਦਿਸੇਗਾ। ਨੂਰਾ ਮਾਹੀ ਗਿਆ ਦਿਨੇ ਕਾਂਗੜੇ ਤੋਂ, ਤੇ ਆਪਣਾ ਕੁਝ ਦੇਰ ਬਾਅਦ ਮੇਰੇ ਸਾਹਿਬ ਕਹਿੰਦੇ ਦੇਖੋ ਭਾਈ ਨੂਰਾ ਮਾਹੀ ਆ ਰਿਹਾ ਕਿ ਨਹੀਂ। ਸੱਚੇ ਪਾਤਸ਼ਾਹ ਇੰਨੀ ਦੂਰ ਹੈ ਜੇ ਕਿੱਥੇ। ਫੇਰ ਮਾਰੇ ਕਹਿੰਦੇ ਦੇਖੋ ਤਾਂ ਸਹੀ, ਮਾਰੇ ਆ ਰਿਹਾ ਹੈ। ਹੁਣ ਇੱਥੇ ਜਿਹੜੀ ਮੈਂ ਬੇਨਤੀ ਕਰਨੀ ਹੈ, ਜੇ ਦਸਮ ਪਾਤਸ਼ਾਹ ਨੂਰੇ ਮਾਹੀ ਨੂੰ ਕਹਿ ਸਕਦੇ ਹੈ ਕਿ ਤੈਨੂੰ ਸਾਰੇ ਦਿਸਣਗੇ, ਤੂੰ ਕਿਸੇ ਨੂੰ ਨਹੀਂ ਦਿਸੇਗਾ। ਜੇ ਦਸਮ ਪਾਤਸ਼ਾਹ ਚਾਹੁੰਦੇ ਪਿਆਰਿਓ ਲੱਖਾਂ ਫੌਜਾਂ ਦੇ ਵਿੱਚੋਂ ਐਂ ਗੁਪਤ ਹੋ ਕੇ ਜਾ ਸਕਦੇ ਸੀ। ਧਿਆਨ ਦੇਣਾ, ਕਿਉਂਕਿ ਜਿਹੜੇ ਜੋਗੀ ਨੇ ਨਾ ਵੱਡੇ ਵੱਡੇ, ਉਹ ਤੇ ਗੁਰੂ ਚਰਨਾਂ ਤੇ ਆ ਕੇ ਝੁਕੇ ਨੇ। ਉਹਨਾਂ ਵਾਸਤੇ ਇੱਕ ਮਾਮੂਲੀ ਗੱਲ ਸੀ ਗੁੱਤ ਪ੍ਰਗਟ ਹੋਣਾ। ਮਸ਼ਿੰਦਰ ਨਾਥ ਵਰਗੇ ਆਪਣਾ ਸਰੀਰ ਪਹਾੜਾਂ ਦੇ ਕੰਧਾਂ 'ਚ ਰੱਖ ਕੇ ਆਪਣੀ ਰੂਹ ਜਿਹੜੀ ਹੈ ਰਾਜੇ ਅਮਰੂਦ ਦੇ ਸਰੀਰ 'ਚ ਪਾ ਲੈਂਦੇ ਆ, ਔਰ ਉਹ ਗੁਪਤ ਹੋ ਜਾਂਦੇ ਆ, ਆਪਣਾ ਭੇਸ ਬਦਲ ਲੈਂਦੇ ਆ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਨੂੰ ਖੰਡਨ ਕੀਤਾ। ਜੇ ਮੇਰੇ ਸੱਚੇ ਪਾਤਸ਼ਾਹ ਚਾਹੁੰਦੇ ਤੇ ਲੱਖਾਂ ਫੌਜਾਂ 'ਚੋਂ ਐਂ ਹੀ ਅਣਦਿਸੇ ਚਲੇ ਜਾਂਦੇ। ਪਰ ਇਹ ਸੀ ਉੱਚ ਦੇ ਪੀਰ ਬੰਦਾ ਭਾਵ ਸੀ ਤੁਹਾਡੇ ਤੇ ਸਮਾਂ ਆ ਸਕਦਾ, ਤੁਸੀਂ ਦੇਸ਼ ਵਾਸਤੇ ਧਰਮ ਵਾਸਤੇ ਆਪਣਾ ਜੀਵਨ ਲਾਇਆ ਹੋਇਆ, ਉੱਥੇ ਤੁਸੀਂ ਇਸ ਤਰ੍ਹਾਂ ਜਾ ਸਕਦੇ ਹੋ। ਇਹ ਮੇਰੇ ਸਤਿਗੁਰ ਨੇ ਕਰਕੇ ਦੱਸਿਆ। ਪਿਆਰਿਓ ਤੁਸੀਂ ਇਸ ਤਰ੍ਹਾਂ ਰੂਪੋਸ਼ ਹੋ ਸਕਦੇ ਹੋ, ਧਰਮ ਦੇ ਬਦਲੇ, ਸੰਸਾਰ ਦੀ ਮਾਇਆ ਬਦਲੇ ਨਹੀਂ, ਦੇਸ਼ ਵਾਸਤੇ ਧਰਮ ਵਾਸਤੇ ਤੁਸੀਂ ਦਸਮ ਪਾਤਸ਼ਾਹ ਨੇ ਕਰਕੇ ਦੱਸਿਆ। ਇਸ ਤਰ੍ਹਾਂ ਬੇਅੰਤ ਬਚਨ ਸਤਿਗੁਰੂ ਜੀ ਦੇ ਜੀਵਨ ਵਿੱਚ ਆਉਂਦੇ ਨੇ। ਅੱਜ ਜਿਹੜੀ ਮੈਂ ਬੇਨਤੀ ਕਰਨ ਲੱਗਾ, ਦਸਮ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਿਆ ਕਿਉਂ? ਵੈਸੇ ਅਸੀਂ ਕਹਿੰਦੇ ਆ ਕਿ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਹੈ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ,
पर थोड़ा पिछे चलीए, जिस दिन 10वें पातशाह ने पंजां तो अमर छकिया, देह धारी की प्रथा उस वेले खत्म कर दी है। जिहड़ा पहला एक तो चरनाम ते लिया जाता सी। ध्यान देना जरा, आने वाले समय वास्ते मेरे सतगुरु ने 1699 की जिहड़ी विसाखी है ना, आपां वैसे ये कहने आ भी गुरु नानक साहिब ते 9वें पातशाह तक चरनामत दे के नाम दिता जाता सी। नहीं, 1699 की विसाखी तो पहला मेरे 10वें पातशाह ने भी कईयां नूं सिੱਖੀ की दात बख्शी है, उस चरनाम दिता जाता सी। ते ये बख्शिश 1699 की विसाखी नूं कीती है मेरे 10वें पातशाह ने। प्यारिओ, भी जिन्ने सिੱਖੀ धारण करनी है ना, वो पंजां तो अंम੍ਰਿਤ छके। उत्थे एक दी गल एक पासे छड्ड दित्ती। नहीं तो मेरे 10वें पातशाह कहते भी जिन्ना चिर साडा शरीर है उन्ना चिर तो भाई असीं करांगे, बाद च कर लिओ। ना ना ना, देखो कौन हो सकदा 10वें पातशाह वर्गा? इस संसार के अंदर बड़े हुए ने, पर प्यारिओ 10वें पातशाह अपने वर्गे आप ही हैं। ओ ना कोई होया ते ना कोई होना, गुरु दशमेश वर्गा। होया ते ना कोई होना, गुरु दशमेश वर्गा।